ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਗੁਰੂ ਨਾਨਕ ਪਤਤ ਉਦਾਹਰਣ ਹੈ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਬਾਣੀ ਦਾ ਫੁਰਮਾਨ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਸਿੱਖ ਜਗਤ ਦੇ ਪਾਕ ਨਿਤਨੇਮ ਵਿੱਚੋਂ ਚੌਪਈ ਸਾਹਿਬ ਜੀ ਦੀ ਜੋ ਕਥਾ ਵਿਚਾਰ ਹੈ, ਆਓ ਇਸ ਕਲਗੀਧਰ ਪਾਤਸ਼ਾਹ ਦੀ ਅਗੰਮੀ ਬਾਣੀ ਨਾਲ ਜੁੜ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰਛਾ। ਪੂਰਨ ਹੋਏ ਚਿੱਤ ਕੀ ਇੱਛਾ। ਇਹ ਅਕਾਲ ਪੁਰਖ ਦੇ ਸਨਮੁਖ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰਦੇ ਨੇ ਕਿ ਰੱਖਿਆ ਦੇ ਲਈ ਇਉਂ ਬੇਨਤੀ ਕਰਿਆ ਕਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵੀ ਰੱਖਿਆ ਬਾਬਤ ਅਕਾਲ ਪੁਰਖ ਦੇ ਅੱਗੇ ਗੁਹਾਰ ਲਾਉਣ ਦੇ ਲਈ ਬੇਅੰਤ ਸ਼ਬਦ ਨੇ। ਇੱਥੇ ਜਿਹੜਾ ਲਫ਼ਜ਼ ਹੈ ਰਛਾ, ਇਹਦਾ ਭਾਵ ਹੈ ਰਕਸ਼ਾ, ਰੱਖਿਆ, ਹਿਫਾਜ਼ਤ, ਰਾਖੀ, ਬਚਾਓ ਆਦਿਕ। ਹੁਣ ਕਈ ਤਰ੍ਹਾਂ ਦੇ ਸਾਡੇ ਦੁਸ਼ਮਣ ਨੇ। ਮਹਾਰਾਜ ਕਹਿੰਦੇ ਮਾਇਆ ਤੋਂ ਰੱਖਿਆ ਕਰ। ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਮਾਇਆ ਕੀ ਹੈ? ਜੋ ਪਰਮਾਤਮਾ ਤੋਂ ਦੂਰ ਕਰਨ ਵਾਲੀ ਅਗੋਚਰ ਤਾਕਤ ਹੈ। ਉਹ ਫੁਰਨੇ ਜਿਹੜੇ ਪਰਮਾਤਮਾ ਤੋਂ ਦੂਰ ਲੈ ਜਾਂਦੇ ਨੇ, ਜਿਹਦੇ ਨਾਲ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ। ਸੋ ਕੁਝ ਵੀ ਹੈ, ਕੋਈ ਵੀ ਐਸਾ ਕਰਮ ਜਿਹੜਾ ਪਰਮਾਤਮਾ ਤੇ ਤੇਰੇ ਦਰਮਿਆਨ ਦਰਾਰ ਪੈਦਾ ਕਰੇ, ਉਹ ਮਾਇਆ ਹੈ। ਪੈਸਾ ਵੀ ਹੋ ਸਕਦਾ ਹੈ, ਤਖਤੋ ਤਾਜ ਵੀ ਹੋ ਸਕਦੇ ਨੇ, ਪਰਿਵਾਰ ਵੀ ਹੋ ਸਕਦਾ ਹੈ। ਜਿਹਨੂੰ ਕਹਿੰਦੇ ਨੇ ਬੰਧਨ ਬਾਂਧਿਓ ਮਾਇਆ ਫਾਸ, ਜਨ ਨਾਨਕ ਛੁਟੈ ਗੁਰ ਪ੍ਰਗਾਸ।
ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਮਾਇਆ ਦੇ ਹਮਲਿਆਂ ਤੋਂ ਬਚਿਆ ਜਾ ਸਕਦਾ ਹੈ। ਕਹਿੰਦੇ ਵਿਕਾਰਾਂ ਤੋਂ ਰੱਖਿਆ ਕਰ, ਕਲਯੁਗ ਤੋਂ ਰੱਖਿਆ ਕਰ, ਦਲਿੱਦਰ ਤੋਂ ਰੱਖਿਆ ਕਰ, ਦੁਸ਼ਮਣਾਂ ਤੋਂ ਰੱਖਿਆ ਕਰ, ਜੋ ਪ੍ਰਤੱਖ ਬਾਹਰੀ ਤੌਰ ਤੇ ਵੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਐਸੀਆਂ ਬੇਅੰਤ ਬੇਨਤੀਆਂ ਤੁਹਾਨੂੰ ਮਿਲ ਜਾਣਗੀਆਂ ਜੋ ਪ੍ਰਭੂ ਦੇ ਸਨਮੁਖ ਰੱਖਿਆ ਲਈ ਕੀਤੀਆਂ ਜਾਂਦੀਆਂ ਨੇ। ਇੱਕ ਸਾਡੇ ਸੂਖਸ਼ਮ ਦੁਸ਼ਮਣ ਨੇ ਜੋ ਦਿਖਦੇ ਨਹੀਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇੱਕ ਸਥੂਲ ਦੁਸ਼ਮਣ ਨੇ ਤਨ ਦੇ ਤਲ ਤੇ ਜੋ ਵੈਰ ਕਮਾਉਂਦੇ ਨੇ, ਨਜ਼ਰ ਹੀ ਆਉਂਦੇ ਨੇ। ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਚਾਹੇ ਉਹ ਅੰਤਰਮੁਖੀ ਦੁਸ਼ਮਣ ਨੇ ਜਾਂ ਬਾਹਰ ਮੁਖੀ ਨੇ, ਪਰਮਾਤਮਾ ਰੱਖਣ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਸਥੂਲ ਦੁਸ਼ਮਣਾਂ ਬਾਰੇ ਵੀ ਨੇ। ਜੇ ਤੁਸੀਂ ਆਖੋ ਨਾ ਵੀ ਦਸਮ ਗ੍ਰੰਥ ਦੇ ਅੰਦਰ ਦੁਸ਼ਮਣਾਂ ਨੂੰ ਮਾਰਨ ਦੀ ਗੱਲ ਕਹੀ ਹੈ, ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਦਾਂ ਦਾ ਕੋਈ ਬਚਨ ਨਹੀਂ ਉੱਥੇ, ਤਾਂ ਇਸ ਪਾਕ ਬਾਣੀ ਨੂੰ ਵਿਚਾਰਨ ਦਾ ਯਤਨ ਕਰਿਓ। ਗੁਰੂ ਗ੍ਰੰਥ ਸਾਹਿਬ ਅੰਦਰ ਵੀ ਬਾਹਰ ਮੁਖੀ ਦੁਸ਼ਮਣਾਂ ਬਾਬਤ ਗੱਲ ਕਹੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਭਾਰਤ ਦੇ ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਸੀ ਸੁਲਹੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਚੜ੍ਹਾਈ ਕਰਕੇ ਆਇਆ ਸੀ ਤੇ ਮਹਾਰਾਜ ਨੇ ਸਹਿ ਸੁਭਾਅ ਬਚਨ ਕਿਹਾ ਸੀ, ਨਾਪਾਕ ਹੋ ਕੇ ਮਰੇਗਾ। ਆਪਣੇ ਨਿਰਗੁਣ ਸਰੂਪ ਨੂੰ ਬੇਨਤੀ ਕੀਤੀ ਸੀ ਵੀ ਇਹ ਮੇਰੇ ਸਿੱਖਾਂ ਸੇਵਕਾਂ ਨੂੰ, ਮਜ਼ਲੂਮਾਂ ਨੂੰ ਮਾਰੇਗਾ, ਸੋ ਪਰਮਾਤਮਾ ਉਹਦਾ ਮਰ ਜਾਣਾ ਹੀ ਠੀਕ ਹੈ ਜੋ ਜ਼ੁਲਮ ਕਰਦਾ ਹੈ। ਸੁਲਹੀ ਤੇ ਨਾਰਾਇਣ ਰਾਖ, ਰੱਖਿਆ ਕਰ ਉਹਦੇ ਪਾਸੋਂ ਇਹਨਾਂ ਦੀ। ਇੱਥੇ ਬਾਹਰਮੁਖੀ ਦੁਸ਼ਮਣ ਦੀ ਗੱਲ ਹੈ। ਹੁਣ ਅੰਤਰਮੁਖੀ ਜਿਹੜੇ ਦੁਸ਼ਮਣ ਨੇ, ਵਿਕਾਰ ਨੇ, ਉਹਨਾਂ ਬਾਰੇ ਵੀ ਬਾਣੀ ਚਾਹੁੰਦਾ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਕਰ ਬਾਰ ਮਨਾ, ਮਾਰ ਹੈ ਲੁੱਟ ਹੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਕਹਿੰਦੇ ਅੰਦਰ ਪੰਜ ਵਿਕਾਰ ਉਹ ਸਾਡੇ ਦੁਸ਼ਮਣ ਨੇ, ਉਹ ਸ਼ੁਭ ਗੁਣਾਂ ਨੂੰ ਮਾਰ ਰਹੇ ਨੇ। ਖੁਰਾ ਖੋਜ ਮਿਟਾ ਦੇਣਗੇ ਸਤ ਸੰਤੋਖ ਦਇਆ ਧਰਮ ਵਰਗੇ ਮਹਾਨ ਗੁਣਾਂ ਦਾ। ਹੁਣ ਇਹ ਪ੍ਰਮਾਤਮਾ ਤੇਰਾ ਨਾਮ ਜਪਦੇ ਆ, ਉਹਨਾਂ ਪਾਸੋਂ ਰੱਖਿਆ ਕਰ। ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮਦਲ ਬਿਖਮ ਘਨਾ। ਸੋ ਇਹ ਜਿਹੜੇ ਵੀ ਦੁਸ਼ਮਣ ਨੇ ਜਾਂ ਸੂਖਸ਼ਮ ਨੇ, ਸਥੂਲ ਨੇ, ਅਕਾਲ ਪੁਰਖ ਅੱਗੇ ਬੇਨਤੀ ਕਰਿਆ ਕਰੋ, ਤੁਹਾਨੂੰ ਰੱਖ ਲਵੇ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੋ ਵੀ ਇਉਂ ਬੇਨਤੀ ਕਰਨ ਦੇ ਨਾਲ ਉਹ ਰੱਖੇਗਾ, ਕਿਰਪਾ ਕਰੇਗਾ। ਅੰਦਰੂਨੀ ਦੁਸ਼ਮਣਾਂ ਬਾਬਤ, ਵਿਕਾਰਾਂ ਬਾਬਤ ਬਾਣੀ ਦੇ ਬੋਲ ਨੇ, ਜੀਤ ਲਏ ਓਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਕਹਿੰਦੇ ਬਾਣੀ ਦੇ ਆਸਰੇ, ਅਕਾਲ ਪੁਰਖ ਦੀ ਕੀਰਤੀ ਦੇ ਆਸਰੇ, ਉਹਦੀ ਕਿਰਪਾ ਨਾਲ ਇਹ ਮਹਾਂ ਬਿਖਾਦੀ, ਵਿਖਾਦ ਖੜਾ ਕਰਨ ਵਾਲੇ, ਜੀਵਨ ਨੂੰ ਲੁੱਟਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲਿਆ ਹੈ। ਹੁਣ ਜਿਹੜੇ ਸਥੂਲ ਦੁਸ਼ਮਣ ਨੇ, ਵੈਰ ਕਮਾਉਂਦੇ ਨੇ, ਕੀ ਅਕਾਲ ਪੁਰਖ ਅੱਗੇ ਅਰਦਾਸ ਕੀਤਿਆਂ ਉਹਨਾਂ ਦਾ ਖਾਤਮਾ ਹੋ ਜਾਂਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਹੋ ਨਾਨਕ ਤਿਸ ਪ੍ਰਭ ਬਲਿਹਾਰੈ, ਜਿਨ ਜਨਕਾ ਕੀਨੋ ਪੂਰਨ ਵਾਕ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਅਗਰ ਬੇਨਤੀ ਕਰੋ ਤੇ ਪ੍ਰਤੱਖ
ਵੈਰ ਕਮਾਉਣ ਵਾਲੇ ਦੁਸ਼ਮਣ ਵੀ ਨਾਪਾਕ ਹੋ ਕੇ ਮਰ ਜਾਂਦੇ ਨੇ, ਉਹਨਾਂ ਦਾ ਵੀ ਖੁਰਾ ਖੋਜ ਮਿਟ ਜਾਂਦਾ ਹੈ। ਤਰਲਾ ਅਸੀਂ ਇਹ ਲੈਣਾ ਹੈ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ। ਅਕਾਲ ਪੁਰਖ ਤੇ ਪੂਰਾ ਗੁਰੂ ਰੱਖਣ ਵਾਲੇ ਨੇ। ਗੁਰੂ ਪਰਮੇਸ਼ਰ ਦਾ ਹੀ ਰੂਪ ਹੈ। ਗੁਰੂ ਪਰਮੇਸ਼ਰ ਰੱਖਣ ਵਾਲੇ ਨੇ, ਕਿਰਪਾ ਕਰਨ ਵਾਲੇ ਨੇ, ਹੱਥ ਦੇ ਕੇ ਰੱਖਦੇ ਨੇ, ਕਿਰਪਾ ਕਰ ਦਿੰਦੇ ਨੇ। ਜਿਸ ਤੂੰ ਰੱਖੈ ਹੱਥ ਦੇ, ਤਿਸ ਮਾਰ ਨਾ ਸਕੈ ਕੋਏ, ਸੁਖ ਦਾਤਾ ਗੁਰ ਸੇਵੀਐ, ਸਭ ਅਵਗਣ ਕੱਢੈ ਧੋਏ। ਜਿਹਨੂੰ ਉਹ ਰੱਖਣਾ ਚਾਹਵੇ ਨਾ ਆਪਣੀ ਛਤਰ ਛਾਇਆ ਹੇਠ, ਹੱਥ ਦੇ ਕੇ ਉਸ ਨੂੰ ਰੱਖ ਲੈਂਦਾ ਹੈ। ਜ਼ਫਰਨਾਮੇ ਦੇ ਬੋਲ ਨੇ, ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਖਸਮ ਦੁਸ਼ਮਣੀ ਗਰ ਹਜ਼ਾਰ ਆਵੁਰਦ, ਨਾ ਯਕ ਮੂਏ ਊਰਾ ਆਜ਼ਾਰ ਆਵੁਰਦ। ਮਹਾਰਾਜ ਆਖਣ ਲੱਗੇ, ਦੁਸ਼ਮਣ ਚਾਹੇ ਲੱਖਾਂ ਚੜ੍ਹ ਕੇ ਆ ਜਾਵੇ, ਹਜ਼ਾਰਾਂ ਚੜ੍ਹ ਕੇ ਆ ਜਾਵੇ, ਜੇ ਪਰਮਾਤਮਾ ਵੱਲ ਹੈ, ਉਹਦਾ ਹੱਥ ਹੈ ਸਿਰ ਤੇ ਇੱਕ ਵਾਲ ਵਿੰਗਾ ਵੀ ਤੇਰਾ ਨਹੀਂ ਕਰ ਸਕਦਾ, ਤੇਰਾ ਕੁਝ ਉਹ ਵਿਗਾੜ ਨਹੀਂ ਸਕਦਾ। ਨਾ ਯਕ ਮੂਏ ਊਰਾ ਆਜ਼ਾਰ ਆਵੁਰਦ, ਉਹ ਕੁਝ ਨਹੀਂ ਤੇਰਾ ਦੁਸ਼ਮਣ ਵਿਗਾੜ ਸਕਦੇ। ਬਾਣੀ ਕਹਿੰਦੀ ਹੈ, ਜੋ ਜੋ ਸ਼ਰਨ ਪਿਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ। ਜਿਹੜਾ ਅਕਾਲ ਪੁਰਖ ਦੀ ਸ਼ਰਨ ਹੈ, ਉਹਨੂੰ ਗਲ ਨਾਲ ਲਾ ਕੇ ਰੱਖ ਲੈਂਦਾ ਹੈ। ਵਿਕਾਰਾਂ ਤੋਂ, ਅੰਦਰੂਨੀ ਦੁਸ਼ਮਣਾਂ ਤੋਂ ਵੀ ਰੱਖੇਗਾ, ਤੇ ਬਾਹਰ ਸਥੂਲ ਜਿਹੜੇ ਵੈਰ ਕਮਾਉਣ ਵਾਲੇ ਦੁਸ਼ਮਣ ਨੇ, ਉਹਨਾਂ ਤੋਂ ਵੀ ਰੱਖਿਆ ਕਰੇਗਾ। ਪੂਰਨ ਹੋਏ ਚਿੱਤ ਕੀ ਇੱਛਾ, ਪੂਰਨ ਦਾ ਭਾਵ ਹੈ ਭਰਪੂਰ। ਮੁਰਾਦ ਦੇ ਪੂਰੇ ਹੋਣ ਦੀ ਜਿਹੜੀ ਬਾਤ ਹੈ ਨਾ, ਆਸਾ ਦੀ ਪੂਰਤੀ ਹੋ ਜਾਣੀ, ਇੱਛਾ ਦੀ ਪੂਰਤੀ ਹੋ ਜਾਣੀ, ਮੁਕੰਮਲ ਤੌਰ ਤੇ ਪ੍ਰਾਪਤੀ, ਕੁਝ ਅਧੂਰਾਪਨ ਨਾ ਜਿੱਥੇ ਰਵੇ। ਮਹਾਰਾਜ ਕਹਿੰਦੇ ਨੇ, ਇੱਕ ਤੇ ਇਹ ਮਨ ਦੀ ਇੱਛਾ ਹੈ, ਦੁਸ਼ਮਣਾਂ ਪਾਸੋਂ, ਚਾਹੇ ਉਹ ਅੰਤਰਮੁਖੀ ਨੇ ਬਾਹਰ ਮੁਖੀ ਨੇ, ਸਾਡੀ ਰੱਖਿਆ ਹੋਵੇ। ਦੂਸਰਾ, ਅਗਲੇ ਬਚਨਾਂ ਵਿੱਚ ਇੱਕ ਮੰਗ ਰੱਖਦੇ ਨੇ ਅਕਾਲ ਪੁਰਖ ਦੇ ਅੱਗੇ। ਦੇਖੋ, ਇਹ ਚਿੱਤ ਲਫ਼ਜ਼ ਇੱਥੇ ਵਰਤਿਆ ਹੈ। ਸਾਡੇ ਅੰਦਰ ਇੱਕ ਅਗੋਚਰ ਤਾਕਤ ਹੈ, ਉਹਨੂੰ ਅਸੀਂ ਅੰਤਹਿਕਰਨ ਕਹਿੰਦੇ ਹਾਂ, ਜਿਹਦੇ 4 ਹਿੱਸੇ ਨੇ, ਮਨ, ਬੁੱਧ, ਚਿੱਤ, ਅਹੰਕਾਰ। ਮਨ ਉਹ ਹੈ ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਨੇ, ਫੁਰਨੇ ਪੈਦਾ ਹੁੰਦੇ ਨੇ। ਬੁੱਧ ਉਹ ਹੈ ਜਿਸ ਤੋਂ ਵਿਚਾਰ ਪੈਦਾ ਹੁੰਦੀ ਹੈ, ਨਿਸ਼ਚਾ ਹੁੰਦਾ ਹੈ। ਚਿੱਤ ਚੇਤੇ ਸ਼ਕਤੀ ਨੂੰ ਕਹਿੰਦੇ ਨੇ, ਤੇ ਅਹੰਕਾਰ ਜਿਹਦੇ ਤੋਂ ਪਦਾਰਥਾਂ ਦੇ ਨਾਲ ਸੰਬੰਧ ਜੁੜਦਾ ਹੈ। ਹੁਣ ਇੱਥੇ ਚਿੱਤ ਲਫ਼ਜ਼ ਵਰਤਿਆ ਹੈ। ਅੰਤਸ਼ਕਰਨ ਦੀ ਉਹ ਤਾਕਤ ਜੋ ਚਿੰਤਨ ਕਰਦੀ ਹੈ, ਜਿਹਦੇ ਕਾਰਨ ਸਾਨੂੰ ਯਾਦ ਰਹਿੰਦਾ ਹੈ, ਯਾਦ ਸ਼ਕਤੀ। ਕਹਿੰਦੇ ਸਾਡੇ ਚਿੱਤ ਦੀ ਇੱਕ ਇੱਛਾ ਹੈ ਜੋ ਸਦੀਵੀ ਸਾਡੀ ਯਾਦ ਦੇ ਵਿੱਚ ਹੈ, ਜੋ ਅਸੀਂ ਨਿਤ ਸਿਮਰਦੇ ਹਾਂ। ਮਹਾਰਾਜ, ਉਹ ਇੱਛਾ ਕੀ ਹੈ, ਉਹ ਲੋੜ ਕੀ ਹੈ, ਉਹ ਖਵਾਹਿਸ਼ ਕੀ ਹੈ, ਉਹ ਕਾਮਨਾ ਕੀ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ, ਇੱਕ ਤੇ ਸਾਡੀ ਰੱਖਿਆ ਹੋਵੇ। ਵੇਖੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਬਾਣੀ ਵਿੱਚ ਕਿਹਾ ਹੈ, ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ।
ਜਿੰਨੀਆਂ ਵੀ ਇੱਛਾਵਾਂ ਨੇ ਪਰਮਾਤਮਾ ਪੂਰੀਆਂ ਕਰਦਾ ਹੈ। ਮਨ ਇੱਛਾ ਦਾਨ ਕਰਨੰ, ਜੋ ਤੂੰ ਚਾਹੁੰਦਾ ਹੈ ਤੈਨੂੰ ਦਾਨ ਦਿੰਦਾ ਹੈ, ਤੇਰੀ ਝੋਲੀ ਭਰਦਾ ਹੈ। ਬਾਣੀ ਦਾ ਫਰਮਾਨ ਹੈ, ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਣਿਆ। ਗੁਰੂ ਪਰਮੇਸ਼ਰ ਦੀ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਕਲਗੀਧਰ ਮਹਾਰਾਜ, ਹੋਰ ਇੱਛਾ ਕੀ ਹੈ? ਵਿਕਾਰਾਂ ਤੋਂ, ਦੁਸ਼ਮਣਾਂ ਤੋਂ ਰੱਖਿਆ ਹੋਵੇ ਇਹ ਤੇ ਠੀਕ ਹੈ। ਅੱਗੇ ਆਖਣ ਲੱਗੇ, ਤਵ ਚਰਨਨ ਮਨ ਰਹਿ ਹਮਾਰਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਐ ਅਕਾਲ ਪੁਰਖ, ਤੇਰੇ ਚਰਨਾਂ ਦੇ ਨਾਲ ਸਦਾ ਹੀ ਮਨ ਸਾਡਾ ਜੁੜਿਆ ਰਵੇ। ਇਉਂ ਹਰ ਜਗਿਆਸੂ ਨੇ ਇਹ ਬੇਨਤੀ ਕਰਨੀ ਹੈ। ਅਕਾਲ ਪੁਰਖ ਦੇ ਚਰਨਾਂ ਦੇ ਨਾਲ ਅਸੀਂ ਜੁੜੇ ਰਹੀਏ। ਮਹਾਰਾਜ ਪਾਤਸ਼ਾਹ ਗੁਰੂ ਮਹਾਰਾਜ ਇੱਕ ਗੱਲ ਕਹਿੰਦੇ ਨੇ, ਚਰਨ ਕਮਲ ਸੰਗ ਨੇਹੋ ਕਿਨੈ ਵਿਰਲੇ ਲਾਇਆ। ਵਿਰਲੇ ਨੇ ਜਿਹੜੇ ਅਕਾਲ ਪੁਰਖ ਦੇ ਚਰਨਾਂ ਨਾਲ ਪ੍ਰੇਮ ਕਰਦੇ ਨੇ। ਬਹੁਤੇ ਤੇ ਇੱਧਰ ਉੱਧਰ ਹੀ ਦੌੜੇ ਫਿਰਦੇ ਨੇ। ਕਈ ਇਹਨਾਂ ਨੇ ਰੱਬ ਬਣਾਏ ਨੇ, ਕਈਆਂ ਦੀ ਇਹ ਪੂਜਾ ਕਰਦੇ ਨੇ, ਕਈਆਂ ਤੋਂ ਇਹ ਇੱਛਾ ਦੇ ਅਨੁਸਾਰ ਯਤਨਸ਼ੀਲ ਹੋ ਕੇ ਮੰਗਾਂ ਮੰਗਦੇ ਨੇ, ਪਰ ਪੂਰਤੀ ਕੋਈ ਨਹੀਂ, ਫਾਇਦਾ ਕੋਈ ਨਹੀਂ ਹੈ। ਸੋ ਬਹੁਤ ਵਿਰਲੇ ਐਸੇ ਲੋਕ ਨੇ ਜਿਹੜੇ ਕੇਵਲ ਇੱਕ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰਦੇ ਨੇ। ਤੇ ਜਿਹੜੇ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰ ਲੈਂਦੇ ਨੇ ਨਾ, ਅਕਾਲ ਪੁਰਖ ਦੀ ਕਿਰਪਾ ਹੋਵੇ ਤੇ ਉਹ ਧਿਆਨ ਜੁੜਦਾ ਹੈ। ਉਹਨਾਂ ਨੂੰ ਹਾਸਲ ਕੀ ਹੁੰਦਾ ਹੈ? ਚਰਨ ਕਮਲ ਨਿਮਖ ਹਿਰਦੈ ਧਾਰੇ, ਗੋਬਿੰਦ ਜਪਤ ਸਭ ਕਾਰਜ ਸਾਰੇ। ਕਹਿੰਦੇ ਰੰਚਕ ਮਾਤਰ ਸਮੇਂ ਲਈ ਵੀ ਅਕਾਲ ਪੁਰਖ ਦਾ ਧਿਆਨ ਧਾਰ ਲਈਏ, ਚਰਨ ਹਿਰਦੇ 'ਚ ਟਿਕਾ ਲਈਏ, ਸਾਰੇ ਹੀ ਕਾਰਜ ਸਫਲੇ ਹੋ ਜਾਂਦੇ ਨੇ। ਕੋਈ ਜੀਵਨ ਵਿੱਚ ਵਿਘਨ ਨਹੀਂ ਰਹਿੰਦਾ, ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ। ਆਲ ਦਾ ਅਫੇਅਰਸ ਵਿਲ ਬੀ ਰਿਜ਼ੋਲਵਡ, ਸਾਰੇ ਵਿਘਨਾਂ ਦਾ ਨਾਸ਼ ਹੋਵੇਗਾ, ਕਾਰਜ ਤੇਰੇ ਸਿੱਧ ਹੋ ਜਾਣਗੇ। ਸੋ ਮਹਾਰਾਜ ਕਹਿੰਦੇ ਨੇ, ਤੁਹਾਡੇ ਚਰਨਾਂ ਦਾ ਧਿਆਨ ਸਦਾ ਅਸੀਂ ਧਾਰ ਕੇ ਰੱਖੀਏ, ਮਨ ਤੁਹਾਡੇ ਚਰਨਾਂ ਨਾਲ ਜੁੜਿਆ ਰਵੇ। ਇੱਕ ਹੋਰ ਇੱਛਾ ਹੈ, ਕਹਿੰਦੇ ਆਪਣਾ ਜਾਨ ਕਰੋ ਪ੍ਰਤਪਾਰਾ। ਪ੍ਰਤਪਾਲਕ ਕਹਿੰਦੇ ਨੇ ਜਿਹੜਾ ਪਾਲਦਾ ਹੈ, ਪਰਵਰਿਸ਼ ਕਰਦਾ ਹੈ, ਰੱਖਿਆ ਕਰਦਾ ਹੈ। ਇਹ ਅਕਾਲ ਪੁਰਖ, ਇਹ ਤੁਸੀਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ, ਸਾਰੇ ਤੁਹਾਡੇ ਹੀ ਪੈਦਾ ਕੀਤੇ ਨੇ। ਚਾਹੇ ਕੋਈ ਭਲਾ ਹੈ, ਚਾਹੇ ਕੋਈ ਬੁਰਾ ਹੈ, ਚਾਹੇ ਕੋਈ ਲਾਇਕ ਹੈ, ਚਾਹੇ ਕੋਈ ਨਲਾਇਕ ਹੈ, ਚਾਹੇ ਕੋਈ ਆਗਿਆਕਾਰੀ ਹੈ, ਚਾਹੇ ਕੋਈ ਹੁਕਮ ਅਦੂਲੀ ਕਰਦਾ ਹੈ। ਤੁਸੀਂ ਸਾਰਿਆਂ ਨੂੰ ਪਾਲਦੇ ਹੋ, ਪਰ ਜਿਹੜੇ ਹੁਕਮ ਵਿੱਚ ਚੱਲਦੇ ਨੇ ਨਾ, ਉਹਨਾਂ ਦਾ ਤੁਸੀਂ ਖਾਸ ਧਿਆਨ ਰੱਖਦੇ ਹੋ, ਖਾਸ ਖਿਆਲ ਰੱਖਦੇ ਹੋ। ਜੋ ਤੁਹਾਡੇ ਸੇਵਕ ਨੇ, ਜੋ ਤੁਹਾਡੇ ਪਿਆਰੇ ਮਹਾਂਪੁਰਸ਼ ਨੇ। ਬਾਣੀ ਦਾ ਫੁਰਮਾਨ ਹੈ, ਸਰਬ ਲੋਕ ਪੂਰਨ ਪ੍ਰਤਪਾਲ, ਧਰਨ ਮਾਹੇ ਆਕਾਸ਼ ਪਇਆਲ। ਚਾਹੇ ਆਕਾਸ਼ ਹੈ, ਪਾਤਾਲ ਹੈ, ਇਹ ਧਰਤੀ ਹੈ, ਹਰ ਜ਼ਰੇ ਵਿੱਚ ਪਰਮਾਤਮਾ ਹੈ ਤੇ ਸਾਰਿਆਂ ਦੀ ਪਰਵਰਿਸ਼ ਕਰਦਾ ਹੈ। ਪਰ ਜਿਹੜੇ ਉਹਦਾ ਨਾਮ ਜਪਦੇ ਨੇ, ਉਹਨਾਂ ਦੀ ਪਰਵਰਿਸ਼ ਇਵੇਂ ਕਰਦਾ ਜਿਵੇਂ ਮਾਤਾ ਪਿਤਾ ਆਪਣੇ ਲਖਤੇ ਜਿਗਰ ਬੱਚੇ ਦੀ ਪਰਵਰਿਸ਼ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਕਰੇ ਪ੍ਰਤਪਾਲ ਬਾਰਕ ਕੀ ਨਿਆਈ, ਜਨ ਕੋ ਲਾਡ ਲਡਾਇਓ। ਬਾਲਕਾਂ ਵਾਂਗੂ ਪ੍ਰਤਪਾਲਣਾ ਕਰਦਾ ਹੈ ਪਿਆਰਿਆਂ ਦੀ। ਸੋ ਮਹਾਰਾਜ ਆਪਣਾ ਜਾਣ ਕੇ ਪ੍ਰਤਪਾਲਣਾ ਕਰੋ ਤੁਸੀਂ। ਅੱਗੇ ਆਖਣ ਲੱਗੇ, ਹਮਰੇ ਦੁਸ਼ਟ ਸਭੈ ਤੁਮ ਘਾਵੋ। ਹੁਣ ਦੇਖੋ, ਦੁਸ਼ਟ ਕਹਿੰਦੇ ਨੇ ਕਲੰਕੀ ਨੂੰ,
ਖੋਟੇ ਇਨਸਾਨ ਨੂੰ, ਦੁਰਜਨ ਨੂੰ, ਅਰਿਸ਼ਟ ਨੂੰ, ਪਾਪ ਕਮਾਉਣ ਵਾਲੇ ਨੂੰ, ਜੋ ਜ਼ੁਲਮ ਕਰਦਾ ਹੈ, ਜੋ ਵਿਕਾਰਾਂ ਦੇ ਵਿੱਚ ਗਲਤਾਨ ਹੈ। ਮਹਾਰਾਜ ਕਹਿੰਦੇ ਸਾਡੇ ਜਿਹੜੇ ਦੁਸ਼ਟ ਨੇ ਨਾ, ਦੁਸ਼ਮਣ ਨੇ, ਵੈਰੀ ਨੇ, ਘਾਓ ਦੇਣਾ, ਕੱਟ ਦੇਣਾ, ਪ੍ਰਹਾਰ ਕਰਨਾ, ਚੋਟ ਕਰਨਾ, ਸੰਘਾਰ ਕਰਨਾ, ਉਹਨਾਂ ਦਾ ਖਾਤਮਾ ਕਰ ਦਿਓ। ਬਾਣੀ ਦਾ ਫਰਮਾਨ ਹੈ, ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ। ਜਿਹੜੇ ਪ੍ਰਮਾਤਮਾ ਦੇ ਭਗਤ ਬਣ ਜਾਂਦੇ ਨੇ ਨਾ, ਉਹਨਾਂ ਨਾਲ ਜਿਹੜਾ ਵੈਰ ਕਮਾਉਂਦਾ ਹੈ, ਜਿਹੜਾ ਉਹਨਾਂ ਦੀ ਨਿੰਦਾ ਕਰਦਾ ਹੈ, ਉਹਨਾਂ ਦੁਸ਼ਟਾਂ ਨੂੰ, ਵੈਰੀਆਂ ਨੂੰ ਪ੍ਰਮਾਤਮਾ ਮਾਰਦਾ ਹੈ, ਉਹਨਾਂ ਦਾ ਲੋਕ ਪਰਲੋਕ ਮੂੰਹ ਕਾਲਾ ਕਰਦਾ ਹੈ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ, ਦੁਸ਼ਟਾਂ ਦਾ, ਵੈਰੀਆਂ ਦਾ ਖਾਤਮਾ ਕਰਦਾ ਹੈ। ਸੋ ਮਹਾਰਾਜ ਕਹਿੰਦੇ ਨੇ, ਕਿਰਪਾ ਕਰੋ, ਦੁਸ਼ਟਾਂ ਦਾ ਖਾਤਮਾ ਕਰੋ, ਸੰਘਾਰ ਕਰੋ। ਹੁਣ ਇੱਥੇ ਫਿਰ ਦੋ ਪੱਖ ਨੇ। ਅੰਤਰਮੁਖੀ, ਉਹ ਸਾਡੇ ਵੈਰੀ ਜਿਹੜੇ ਸਾਡੇ ਜੀਵਨ ਨੂੰ ਕਲੰਕਿਤ ਕਰ ਦੇਣਗੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਦਾ ਖਾਤਮਾ ਕਰੋ। ਤੇ ਬਾਹਰ ਮੁਖੀ, ਜਿਹੜੇ ਇਨਸਾਨੀਅਤ ਦੇ ਵੈਰੀ ਨੇ, ਐ ਪ੍ਰਮਾਤਮਾ ਅਸੀਂ ਤੇਰੇ ਰਸਤੇ ਤੇ ਚੱਲ ਰਹੇ ਹਾਂ, ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ, ਧਰਮ ਦੀ ਸਥਾਪਨਾ ਕਰ ਰਹੇ ਹਾਂ। ਜਿਹੜੇ ਇਸ ਰਸਤੇ ਦੇ ਕਾਂਟੇ ਨੇ, ਜਿਹੜੇ ਅਧਰਮ ਫੈਲਾਉਂਦੇ ਨੇ, ਅਰਿਸ਼ਟ ਨੇ, ਪਾਪ ਕਮਾਉਂਦੇ ਨੇ, ਵੈਰ ਕਮਾਉਂਦੇ ਨੇ, ਮਜ਼ਲੂਮ ਤੇ ਜ਼ੁਲਮ ਕਰਦੇ ਨੇ, ਉਹਨਾਂ ਦੁਸ਼ਟਾਂ ਦਾ ਖਾਤਮਾ ਕਰ, ਉਹਨਾਂ ਨੂੰ ਖਤਮ ਕਰ। ਜ਼ਫਰਨਾਮੇ ਵਿੱਚ ਪਾਤਸ਼ਾਹ ਕਲਗੀਧਰ ਨੇ ਇੱਕ ਬਚਨ ਕਿਹਾ ਫਾਰਸੀ ਵਿੱਚ, ਬਭੀ ਕੁਦਰਤੇ ਨੇਕ ਯਸਦਾਨ ਨੇ ਪਾਕ, ਕਿ ਅਜ਼ ਯਕਬਾ ਦਹ ਲਕਰ ਸਾਨਦ ਹਲਾਕ। ਕਹਿੰਦੇ ਜੇ ਨੇਕ ਰੱਬ ਤੁਹਾਡੇ ਵੱਲ ਹੈ ਨਾ, ਉਹਦੀ ਕੁਦਰਤ ਵੇਖਿਓ, ਉਹ ਐਸੀ ਤੁਹਾਡੇ ਤੇ ਕਿਰਪਾ ਕਰ ਦਵੇਗਾ, ਤੁਹਾਡੇ ਹੱਥੋਂ ਲੱਖਾਂ ਨੂੰ ਮਰਵਾ ਸਕਦਾ ਹੈ, ਪਾਪੀਆਂ ਦਾ ਸੰਘਾਰ ਕਰਵਾ ਸਕਦਾ ਹੈ। ਸੋ ਅਕਾਲ ਪੁਰਖ ਅੱਗੇ ਬੇਨਤੀ ਕਰਿਆ ਕਰੋ, ਵਿਕਾਰਾਂ ਦੇ ਬੜੇ ਝੁੰਡ ਸਾਡੇ ਪਿੱਛੇ ਲੱਗੇ ਨੇ, ਬੜੇ ਔਗਣ ਨੇ ਸਾਡੇ ਪਿੱਛੇ ਲੱਗੇ ਹੋਏ, ਉਹਨਾਂ ਦੁਸ਼ਟਾਂ ਦਾ ਖਾਤਮਾ ਕਰ। ਤੇ ਪ੍ਰਤੱਖ ਜਿਹੜੇ ਬਾਹਰ ਮੁਖੀ ਵੈਰੀ ਨੇ, ਉਹਨਾਂ ਦਾ ਖਾਤਮਾ ਕਰ, ਤੂੰ ਕਿਰਪਾ ਕਰਕੇ ਕਰਵਾ ਸਕਦਾ ਹੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ, ਐਸੀ ਕਿਰਪਾ ਕਰ ਸਕਦਾ ਹੈ। ਆਪ ਹਾਥ ਉਦੈ ਮੋਹਿ ਬਚਾਵੋ, ਜੇ ਕਿਤੇ ਵਿਕਾਰਾਂ ਦਾ, ਅੰਦਰੂਨੀ ਦੁਸ਼ਮਣਾਂ ਦਾ ਜ਼ੋਰ ਪੈਣ ਲੱਗੇ ਨਾ ਸਾਡੇ ਸ਼ੁਭ ਗੁਣਾਂ ਤੇ ਤੂੰ ਹੱਥ ਦੇ ਕੇ ਰੱਖੀ ਪ੍ਰਮਾਤਮਾ। ਬਾਹਰ ਮੁਖੀ ਤੌਰ ਤੇ ਬਹਿਰੂਨੀ ਦੁਨੀਆ ਦੇ ਅੰਦਰ ਜੇ ਵੈਰੀਆਂ ਦਾ ਜ਼ੋਰ ਪੈਣ ਲੱਗੇ ਸਾਡੇ ਤੇ ਆਪਣਾ ਜਾਣ ਕੇ ਤੂੰ ਰੱਖਣਾ ਕਰੀ, ਦਸਤਗੀਰ ਬਣ ਕੇ ਬਾਂਹ ਪਕੜ ਲਈ ਸਾਡੀ, ਸਾਨੂੰ ਬਚਾਉਣਾ ਕਰੀ, ਆਪਣੇ ਹਸਤ ਦੇ ਨਾਲ ਸਾਨੂੰ ਉਭਾਰਨਾ ਕਰੀ। ਮਹਾ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹਾਥ। ਕਹਿੰਦੇ ਜਿਹੜਾ ਦੀਨ ਬਣ ਕੇ, ਗਰੀਬ ਬਣ ਕੇ ਬੇਨਤੀ ਕਰਦਾ ਹੈ, ਉਹਨਾਂ ਨੂੰ ਪ੍ਰਮਾਤਮਾ ਰੱਖਦਾ ਜ਼ਰੂਰ ਹੈ, ਉਹਨਾਂ ਦੀ ਹੱਥ ਦੇ ਕੇ ਰੱਖਿਆ ਕਰ ਲੈਂਦਾ ਹੈ, ਸਿਰ ਤੇ ਹਸਤ ਰੱਖ ਕੇ ਉਹਨਾਂ ਨੂੰ ਬਚਾ ਲੈਂਦਾ ਹੈ। ਸੋ ਮਹਾਰਾਜ ਨੇ ਇਹ ਜਗ੍ਹਾ ਜਗ੍ਹਾ ਬਾਣੀ ਦੇ ਵਿੱਚ ਲਿਖਿਆ ਹੈ ਵੀ ਪਿਆਰਿਆਂ ਨੂੰ ਹੱਥ ਦੇ ਕੇ ਰੱਖਦਾ ਹੈ ਉਹ, ਪਰ ਬਕਾਇਦਾ ਇੱਕ ਸ਼ਰਤ ਹੈ, ਤੂੰ ਉਹਦੇ ਦਰ ਦਾ ਭਿਖਾਰੀ ਬਣ, ਦੀਨ ਬਣ, ਪਰਮਾਤਮ ਬਲ ਦਾ ਆਸਰਾ ਤੱਕਿਆ ਕਰ। ਇਹ ਫਾਰਸੀ ਵਿੱਚ ਜ਼ਫਰਨਾਮੇ 'ਚ ਵੀ ਕਲਗੀਧਰ ਨੇ ਕਿਹਾ ਹੈ, ਖਸਮ ਰਾਚੂ ਕੋਰੂ ਕੁਨਦ ਵਕਤੇ ਕਾਰ, ਯਤੀਮਾ ਬੇਰੂ ਮੇ ਬੁਰਦ ਬੇ ਆਜ਼ਾਰ। ਕਹਿੰਦੇ
ਅਕਾਲ ਪੁਰਖ ਜਿਹੜੇ ਜਤੀਮ ਨੇ, ਜਤੀਮ ਦਾ ਭਾਵ ਪਤਾ ਕੀ ਹੈ, ਜਿਨ੍ਹਾਂ ਕੋਈ ਖਸਮ ਨਹੀਂ ਧਾਰਿਆ ਦੁਨੀਆ 'ਚ, ਕੇਵਲ ਤੇਰੇ ਆਸਰੇ ਨੇ, ਉਹਨਾਂ ਨੂੰ ਤੂੰ ਦੁੱਖਾਂ ਕਲੇਸ਼ਾਂ ਚੋਂ, ਵੈਰੀਆਂ ਚੋਂ ਕੱਢ ਲੈਣਾ ਹੈ, ਉਹਨਾਂ ਦੀ ਹਿਫਾਜ਼ਤ ਕਰਦਾ ਹੈ, ਰੱਖਿਆ ਕਰਦਾ ਹੈ, ਤੇ ਉਹਨਾਂ ਦੇ ਵੈਰੀਆਂ ਨੂੰ ਅੰਨਾ ਕਰ ਦਿੰਦਾ ਹੈ ਤੂੰ। ਸੋ ਹਰ ਪ੍ਰਕਾਰ ਦੇ ਨਾਲ ਜਿਹੜੇ ਤੇਰੇ ਦਰ ਤੇ ਦੀਨ ਹੋ ਕੇ ਆਉਂਦੇ ਨੇ, ਉਹਨਾਂ ਦੀ ਤੂੰ ਰੱਖਿਆ ਕਰਦਾ ਹੈ। ਗੁਰਪੂਰ ਹੈ ਰਾਖੇ ਦੇ ਹਾਥ, ਨਾਨਕ ਪਾਰ ਬ੍ਰਹਮ ਸਮਰਾਟ, ਤੂੰ ਕਿਰਪਾ ਕਰਕੇ ਬਚਾ ਲੈਂਦਾ ਹੈ। ਬਾਣੀ ਦਾ ਫਰਮਾਨ ਹੈ, ਅੱਗੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਸੁਖੀ ਬਸੈ ਮੋਰੋ ਪਰਿਵਾਰਾ। ਸੁਖੀ ਤੋਂ ਭਾਵ ਆਨੰਦਿਤ ਜੀਵਨ ਹੋਵੇ, ਸੁੱਖ ਹੀ ਸੁੱਖ ਹੋਵੇ। ਐ ਪ੍ਰਮਾਤਮਾ, ਮੇਰਾ ਜਿਹੜਾ ਪਰਿਵਾਰ ਹੈ, ਦੇਖੋ ਪਰਿਵਾਰ ਕਹਿੰਦੇ ਨੇ ਜਿਸ ਨੇ ਚਾਰੋਂ ਤਰਫ ਤੋਂ ਘੇਰਾਓ ਕੀਤਾ ਹੋਵੇ, ਪਰਦਾ ਕੀਤਾ ਹੋਵੇ, ਘੇਰਿਆ ਹੋਵੇ, ਭਾਵ ਜੋ ਸਾਡੇ ਅੰਗ ਸੰਗ ਰਹਿਣ ਵਾਲੇ ਨੇ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਪਰਿਵਾਰ ਸੁਖੀ ਵਸੇ, ਜੋ ਨਿੱਜੀ ਕੁਟੰਬ ਹੈ, ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਿਵਾਰ। ਜੇ ਨਾਮ ਜਪੋਗੇ ਨਾ, ਉਹਦੀ ਨਦਰ ਸਾਰੇ ਹੀ ਪਰਿਵਾਰ ਤੇ ਪਵੇਗੀ ਤੇ ਖੁਸ਼ੀ ਦੇ ਨਾਲ ਜੀਵਨ ਬਤੀਤ ਹੋ ਜਾਵੇਗਾ ਨਾਮ ਜਪਣ ਵਾਲਿਆਂ ਦਾ। ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਆਉਂਦਾ ਹੈ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਸੇਵਕ ਸਿੱਖ ਸਭੈ ਕਰਤਾਰਾ। ਮਹਾਰਾਜ, ਮੇਰੇ ਜਿਹੜੇ ਸੇਵਕ ਨੇ, ਜਿਹੜੇ ਧਰਮ ਦਾ ਡੰਕਾ ਦੁਨੀਆ ਤੇ ਵਜਾਉਣ ਲਈ ਮੇਰਾ ਸਾਥ ਦੇ ਰਹੇ ਨੇ, ਸੱਚ ਨੂੰ ਪ੍ਰਗਟ ਕਰਨ ਲਈ ਮੇਰਾ ਸਾਥ ਦੇ ਰਹੇ ਨੇ, ਉਹ ਜਿਹੜੇ ਪਿਆਰੇ ਸੇਵਕ ਨੇ, ਖਿਦਮਤਗਾਰ ਨੇ, ਦਾਸ ਨੇ, ਉਹ ਸੁਖੀ ਵਸਣ। ਸਿੱਖ ਦਾ ਭਾਵ ਤੁਸੀਂ ਸਮਝਦੇ ਹੀ ਹੋ, ਜੋ ਉਪਦੇਸ਼ ਲੈਣ ਦੇ ਯੋਗ ਹੈ, ਸ਼ਿਸ਼ ਹੈ, ਵਿਦਿਆਰਥੀ ਹੈ। ਪਰ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਸਿੱਖ ਕਹਿ ਦਿੱਤਾ ਜਾਂਦਾ ਹੈ। ਦਸੋ ਪਾਤਸ਼ਾਹੀਆਂ ਦੇ ਜਿਹੜੇ ਖਿਦਮਤਗਾਰ ਨੇ, ਜਿਹੜੇ ਉਹਨਾਂ ਦੇ ਹੁਕਮ ਵਿੱਚ ਚੱਲੇ ਨੇ, ਉਹਨਾਂ ਨੂੰ ਸਿੱਖ ਕਹਿ ਦਿੱਤਾ ਜਾਂਦਾ ਹੈ। ਇੱਥੇ ਲਫ਼ਜ਼ ਵਰਤਿਆ, ਮੇਰਾ ਪਰਿਵਾਰ ਮੇਰੇ ਸਿੱਖ ਨੇ, ਮੇਰੇ ਸੇਵਕ ਨੇ, ਸਭੈ ਕਰਤਾਰਾ। ਸਭੈ ਤੋਂ ਭਾਵ ਹੈ ਸਾਰੀ ਸ੍ਰਿਸ਼ਟੀ, ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜੇ 7 ਪੁਰਸ਼ ਨੇ, ਚੰਗਿਆਈਆਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਨੇ, ਜੋ ਚੰਗੇ ਕਰਮ ਕਰਦੇ ਨੇ, ਭਲਾ ਕਰਦੇ ਨੇ, ਦਇਆਵਾਨ ਨੇ, ਜੋ ਲੋਕਾਈ ਦੇ ਅੰਦਰ ਭਲਾ ਗੁਣ ਲੈ ਕੇ ਚੱਲੇ ਹੋਏ ਨੇ, ਭਲਾਈ ਕਰ ਰਹੇ ਨੇ, ਐਸੇ ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਨੇ, ਜੋ ਸੰਤ ਨੇ, ਮਹਾਂਪੁਰਸ਼ ਨੇ, ਜਨ ਨੇ। ਐ ਕਰਤਾਰ, ਦੁਨੀਆ ਦੇ ਕਰਨ ਵਾਲੇ, ਦੁਨੀਆ ਨੂੰ ਬਣਾਉਣ ਵਾਲੇ, ਦੁਨੀਆ ਨੂੰ ਰੋਜ਼ੀ ਰੋਟੀ ਦੇਣ ਵਾਲੇ, ਤੂੰ ਸਭਨਾਂ ਦੀ ਰੱਖਿਆ ਕਰ। ਦੇਖੋ ਇੱਥੇ ਇੱਕ ਪਰਿਵਾਰ ਹੈ ਅੰਦਰੂਨੀ, ਉਹ ਕਿਹੜਾ ਹੈ? ਸਤ, ਸੰਤੋਖ, ਦਇਆ, ਧਰਮ, ਸ਼ੁਭ ਗੁਣਾਂ ਦਾ ਪਰਿਵਾਰ। ਕਈ ਵਾਰ ਅਸੀਂ ਗੁਣੀ ਗਿਆਨੀ ਹੁੰਨੇ ਆ, ਪਰ ਕਲਯੁਗ ਦਾ ਐਸਾ ਪਹਿਰਾ ਚੱਲਦਾ, ਅਸੀਂ ਡੋਲ ਜਾਂਦੇ ਆ। ਕਹਿੰਦੇ ਸ਼ੁਭ ਗੁਣਾਂ ਦਾ ਪਰਿਵਾਰ ਜਿਹੜਾ ਸਾਡਾ ਹੈ ਨਾ, ਉਹਦੀ ਤੂੰ ਪ੍ਰਮਾਤਮਾ ਰੱਖਿਆ ਕਰ, ਤੂੰ ਕਿਰਪਾ ਕਰ। ਗੁਰੂ ਗ੍ਰੰਥ ਸਾਹਿਬ ਦੇ ਵੀ ਬੋਲ ਨੇ, ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਿਵਾਰ। ਪੂਰੇ ਪਰਿਵਾਰ ਵਾਲਾ ਕਿਸ ਨੂੰ ਕਿਹਾ? ਜਿਹਦੇ ਕੋਲ ਸਤ, ਸੰਤੋਖ, ਦਇਆ, ਧਰਮ, ਖਿਮਾ ਆਦਿਕ ਗੁਣ ਨੇ। ਨਾਨਕ ਅਹਨਿਸ ਸਦਾ ਭਲੀ ਪਿਰ ਕੈ ਹੇਤ ਪਿਆਰ। ਐਸੀ ਜਗਿਆਸੂ ਇਸਤਰੀ ਸਦਾ ਹੀ ਭਲੀ ਹੈ, ਜਿਹਦੇ ਕੋਲ ਸ਼ੁਭ ਗੁਣ ਨੇ। ਕਹੋ ਨਾਨਕ ਜਾਂ ਸਤਿਗੁਰ ਪਾਇਆ, ਘਰ ਸਗਲਾ ਮੈਂ ਸੁਖੀ ਬਸਾਇਆ।
ਜਿਨ੍ਹਾਂ ਗੁਰੂ ਪਾਇਆ, ਜਿਨ੍ਹਾਂ ਬਾਣੀ ਪੜ੍ਹੀ, ਉਹਨਾਂ ਦਾ ਅੰਤਸ਼ਕਰਨ ਰੂਪੀ ਘਰ ਸੁਖੀ ਵਸਿਆ। ਭਾਵ ਉਹਨਾਂ ਦੇ ਸਤ, ਸੰਤੋਖ, ਦਇਆ, ਧਰਮ, ਖਿਮਾ, ਜਿੰਨੇ ਵੀ ਮਹਾਨ ਅੰਦਰੂਨੀ ਗੁਣ ਸਨ, ਉਹਨਾਂ ਨਾਲ ਪਰਮਾਤਮਾ ਨੇ ਸਾਂਭ ਸੰਭਈਆ ਕਰ ਦਿੱਤਾ। ਉਹ ਗੁਣ ਉਹਨਾਂ ਦੇ ਪਾਸ ਰਹੇ। ਇੱਕ ਤੇ ਇਹ ਪਰਿਵਾਰ ਹੈ ਜਿਹਦੀ ਪਰਮਾਤਮਾ ਤੁਸੀਂ ਰੱਖਿਆ ਕਰੋ, ਹਿਫਾਜ਼ਤ ਕਰੋ। ਇੱਕ ਬਾਹਰੀ ਪਰਿਵਾਰ ਹੈ ਜਿਸ ਨੂੰ ਕੁਟੰਬ ਕਹਿੰਦੇ ਹੈ। ਇਸਤਰੀ ਤੋਂ ਪੈਦਾ ਹੋਇਆ, ਬਿਲਿਸ਼ ਬਿਨੋਦ ਆਨੰਦ ਸੁਖ ਮਾਣੋ, ਖਾਏ ਜੀਵਹੁ ਸਿੱਖ ਪਰਿਵਾਰ। ਜਿਹੜਾ ਬਾਣੀ ਪੜ੍ਹਦਾ ਹੈ, ਉਹਦਾ ਜਿਹੜਾ ਪਰਿਵਾਰ ਹੈ, ਜਿਹੜਾ ਉਹਦਾ ਕੁਟੰਬ ਹੈ, ਜਿਸ ਨੇ ਬਾਣੀ ਦੀ ਖੁਰਾਕ ਲੈ ਲਈ, ਮਹਾਰਾਜ ਕਹਿੰਦੇ ਨੇ ਉਹਦਾ ਪਰਿਵਾਰ, ਉਹਦਾ ਕੁਟੰਬ ਆਨੰਦ ਦੇ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ। ਭਾਵ ਤੁਹਾਡੇ ਬਾਣੀ ਪੜ੍ਹਨ ਦਾ ਪ੍ਰਭਾਵ ਪਰਿਵਾਰ 'ਤੇ ਵੀ ਪੈਂਦਾ ਹੈ। ਤੁਹਾਡੇ ਬਾਣੀ ਪੜ੍ਹਿਆਂ, ਰੱਬ ਦੇ ਗੀਤ ਗਾਇਆਂ, ਸਾਰਾ ਪਰਿਵਾਰ ਹੀ ਸੁਖੀ ਹੋ ਜਾਂਦਾ ਹੈ। ਤੇ ਬਹਿਰੂਨੀ ਪਰਿਵਾਰ ਦੇ ਵਿੱਚ ਸਾਡੇ ਸੰਗੀ ਸਾਥੀ ਵੀ ਆਉਂਦੇ ਨੇ। ਮਹਾਰਾਜ ਉਹਨਾਂ ਦੀ ਵੀ ਰੱਖਿਆ ਕਰੋ, ਕਿਰਪਾ ਕਰੋ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਧਿਆਨ ਦਈਏ ਤੇ ਉਹ ਸਿੱਖਾਂ ਸੇਵਕਾਂ ਦੀ ਚੜ੍ਹਦੀ ਕਲਾ ਲਈ ਬੇਨਤੀ ਕਰਦੇ ਨੇ ਆਪਣੇ ਨਿਰਗੁਣ ਸਰੂਪ ਨੂੰ। ਜਿਹੜਾ ਉਹਨਾਂ ਦਾ ਪੰਥ ਖਾਲਸਾ ਹੈ, ਉਹਨਾਂ ਦੇ ਸਿੱਖ ਸੇਵਕ ਨੇ। ਕਲਗੀਧਰ ਪੱਖ ਐਸਾ ਰੱਖਦੇ ਨੇ। ਜੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤੇ ਉਹਨਾਂ ਕਦੇ ਵੀ ਆਪਣੇ ਪਰਿਵਾਰ ਦੀ ਖੁਸ਼ੀ ਲਈ ਸੇਵਕਾਂ ਦੀ ਖੁਸ਼ੀ ਕੁਰਬਾਨ ਨਹੀਂ ਕੀਤੀ। ਹਾਂ, ਸੇਵਕਾਂ ਸਿੱਖਾਂ ਦੀ ਖੁਸ਼ੀ ਲਈ ਪਰਿਵਾਰ ਜ਼ਰੂਰ ਵਾਰ ਦਿੱਤਾ। ਦੁਨਿਆਵੀ ਬੰਦਾ ਇਹ ਨਹੀਂ ਸੀ ਕਰ ਸਕਦਾ। ਦੁਨਿਆਵੀ ਬੰਦਾ ਆਪਣਾ ਪਰਿਵਾਰ ਸੁਖੀ ਵਸਾਉਣਾ ਚਾਹੁੰਦਾ ਹੈ, ਭਾਵੇਂ ਮਹੱਲਾ ਸਾਰਾ ਹੀ ਡੁੱਬ ਜਾਵੇ। ਮਹਾਰਾਜ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਪੰਥ ਵਸੈ ਮੈਂ ਉਜੜਾ ਮਨ ਚਾਹੁ ਕਨੇਰਾ। ਮੈਂ ਉਜੜਦਾ ਤੇ ਉਜੜ ਜਾਵਾਂ, ਪੰਥ ਵਸਣਾ ਚਾਹੀਦਾ ਹੈ। ਕਲਗੀਧਰ ਤੁਹਾਡਾ ਪਰਿਵਾਰ ਕਿਹੜਾ ਹੈ? ਕਹਿੰਦੇ ਖਾਲਸਾ ਮੇਰੋ ਸਵਜਨ ਪਰਿਵਾਰਾ, ਖਾਲਸਾ ਮੇਰੋ ਕਰਤ ਉਧਾਰਾ, ਖਾਲਸਾ ਮੇਰੋ ਪਿੰਡ ਪੁਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਕਹਿੰਦੇ ਮੇਰਾ ਪਰਿਵਾਰ ਮੇਰਾ ਖਾਲਸਾ ਹੈ। ਪਰਸ਼ੀਅਨ ਦੇ, ਅਰਬੀ ਫਾਰਸੀ ਦੇ, ਉਰਦੂ ਦੇ ਮਹਾਨ ਵਿਦਵਾਨ ਜੋਗੀ ਅੱਲਾ ਯਾਰ ਖਾਂ ਨੇ ਇੱਕ ਬਚਨ ਕਿਹਾ ਸੀ। ਕਹਿੰਦੇ ਐ ਗੁਰੂ ਗੋਬਿੰਦ ਸਿੰਘ, ਕੈਸੀ ਤੇਰੀ ਬੁਲੰਦ ਹਸਤੀ ਹੈ, ਆਜ਼ਾਦ कराया बनी आदम के गले को, कटवा दिए बच्चे भी मुरीदों के भले को। तू अपने बच्चे कटवा दिते मनुखता नूं आजाद करवाउण लई, आदम दी जात नूं आजाद करवाउण लई, मजलूम नूं रखण दे लई बच्चे कटवाउंदा है तू, फिर आंसू नहीं वहाउंदा तू। भाव अपना परिवार वार दिना है सिखां सेवकां दी खुशी दे लई। एक बचन कहा सी महाराज ने चमकौर दी गढ़ी विच, कहंदे ऐ जुझार सिंह, जदों बाबा जीत सिंह शहीद हो गए ना, वड्डे बेटे पातशाह दे साहिबजादे छोटे रह गए ने, कल्ले ही रह गए समझ लो, क्योंकि दो साहिबजादे ते विछड़ चुके ने, जिन्हां दा कुछ दिन बाद सरहंद दे विच शहीदी साका वापरदा है। बाबा जोरावर सिंह, बाबा फतेह सिंह, ये 14 क वरियां दा लाल बाबा जुझार सिंह। इनू कलगीधर ने एक बचन कहा, कहंदे सिखी दा जहाज अड़किया पिया है ते बचिया सिर ला के अगां तोड़ दे। सिखां सेवकां नूं प्रफुल्लित करन दे लई बच्चे वारन दी बात पाउंदे ने। बेटा हो तुम ही पंथ के बेड़े के खवैया, सर भेंट करो ताके चले धर्म की नैया। सिर वार दिओ, धर्म दी नैया पार लग जावे, सिर लगा दिओ अपना। ये गुरु गोबिंद सिंह कर सकते ने। कहंदे ये मेरा सिखी दा बगीचा सुक ना जावे बच्चिया, अपना लहू डोल के इस रुख नूं, इस बगीचे नूं हरिया भरिया कर दे। ले दे के तुम ही थे मेरे गुलशन के बकैया, लो जाओ
के राह तकते हैं सब खुल्द में भैया, ख्वाहिश है तुम्हें तेग चलाते हुए देखें, हम आंख से बरसी तुम्हें खाते हुए देखें। अपना परिवार वार देना सिखां सेवकां दे लई, ये गुरु कर सकता है। अगे है सबै करतारा, सेवक सिख सबै करतारा। कहते ये सारी लुकाई मेरा परिवार है, जेड़े शुभ कर्मी ने उन्हां दी रखिया कर, महापुरुषां संतां दी रखिया कर, जेड़े सतपुरुषां नूं दुख दिंदे ने उन्हां दा संघार कर दे। इनू कहंदे ने जी दया मया सर्वत्र रमणं परम हंसै रीत। परमहंस जेड़े ने, महापुरुष जेड़े ने, अवतार जेड़े ने, उन्हां दी रीति है वो सारियां ते ही दया करदे ने, सारियां दी रखिया बाबत अकाल पुरख नूं वो बेनतियां करदे ने। सो कलगीधर कहंदे विकारां दा, अंदरूनी दुश्मनां दा ते बहरूनी जो वैरी ने इंसानियत दा, उन्हां दा खात्मा कर। सिखां सेवकां प्यारियां दी इस लोकाई दे अंदर जो तेरे आसरे ने, भलियां दी तूं रखिया कर रहे परमात्मा। सो साडे पक्ष तो ये अरदास होनी चाहिदी है, महाराज साडी रखिया करो, साडे जेड़े महान गुण ने वो भी रखिया दे सहत हो जाण। असीं सच बोलीए, संतोखी रहीए, दयावान रहीए, खिमा दा सुभाਅ साडा होवे। सानू प्रतख बहरूनी बाहर जेड़े दुश्मन ने साडे, जो इंसानियत दे वैरी ने, उन्हां तो भी बचाउणा करो। साडे संगी साथी जो परिवार दे मैंबर ने, सारियां दा पातशाह भला करो। महाराज अगे दीन दुनिया दे मालक एक गल कहंदे ने, मोह रशा निज करदै करिया। ऐ दीन दुनिया दे मालक साडी तू रखिया कर। किवें करनी है? करदा भाव हुंदा हस्त, अपने हस्त दे नाल साडी परमात्मा तू रखिया कर, साडे ते हथ रख, साडा तू बचा कर। महाराज कहंदे ने साडी राखी दे लई तू आप बौड़ ना कर, साडे बचाव दे लई परमात्मा तू आप पहुँचना कर। इत्थे बड़े वैरी ने, इत्थे बड़े विकार दुश्मन ने, तू सारियां पासों सानू बचाउणा कर। कर कहंदे ने हथ नू, हथ रख के रखिया कर। बाणी दा फरमान है ना, हाथ दे राखे परमेश्वर, सगला दुरत मिटाया। ਜਿਹੜੇ परमात्मा ਦੀ शरण आउंदे ने उन्हां नूं कर दे के, हथ दे के रखदा है। जिन्ने भी दुष्ट वैरी ने उन्हां दा परमात्मा खात्मा कर दिंदा है। सब बैरन को आज संघरिया। सारे ही वैरी जेड़े ने, जेड़े वैर कमाउंदे ने, द्वैश कमाउंदे ने। हुण इत्थे पहला पक्ष ते यह है, मनुखे जामे अंदर वैरी साडे विकार ने, द्वैश जो परमात्मा तो खिंडा के साडा ध्यान होर बन्ने जोड़दे ने, जो धर्म की जगह ते सानू अधर्म वाल लाउंदे ने, पाप कर्म करन वाल लाउंदे ने। ऐसे जितने भी माया दे बंधन ने, विकार ने, जां खोटी मत वाले जेड़े संगी साथी ने, जेड़े सानू गलत रस्ते ते चलण लई प्रेरदे ने, ये जितने भी ऐसे वैरी ने, वैर कमाउण वाले ने, महाराज इन्हां दा संघार कर तूं। संघार कहंदे ने तबाह करना, नाश करना, खुरा खोज मिटा देना। त्रै लोक दीपक शब्द चानण, पांच दूत संघारे। पंज दूत साडे वैरी ने, काम क्रोध लोभ मोह हंकार, ते तुहानू अकाल पुरख ज्ञान दी खड़ग दवेगा भी इन्हां दा संघार कर दिओ, इन्हां दा खात्मा कर दिओ। ज्ञान दी तलवार नाल वैरियां दा खात्मा हो जांदा है। ते प्रतख जेड़े बाहर तुहाडे नाल वैर कमाउंदे ने,
ਬਾਹਰੀ ਦੁਨੀਆ ਦੇ ਅੰਦਰ। ਕਹਿੰਦੇ ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਅਕਾਲ ਪੁਰਖ ਕਿਰਪਾ ਕਰੇ, ਸਤਿਗੁਰੂ ਕਿਰਪਾ ਕਰਨ। ਜਿੰਨੇ ਵੀ ਦੁਰਜਨ ਨੇ ਅਕਾਲ ਪੁਰਖ ਤੋਂ ਤੁਹਾਨੂੰ ਦੂਰ ਲਿਜਾਂਦੇ ਨੇ, ਖੋਟੀ ਮਤ ਜਿਹੜੇ ਤੁਹਾਡੇ ਨਾਲ ਵੈਰ ਕਮਾਉਂਦੇ ਨੇ, ਐਸੇ ਦੁਰਜਨਾਂ ਦਾ ਵੀ ਉਹ ਸੰਘਾਰ ਕਰਦਾ ਹੈ, ਦੁਸ਼ਮਣਾਂ ਦਾ ਸੰਘਾਰ ਕਰਦਾ ਹੈ, ਪ੍ਰਤੱਖ ਵੈਰੀਆਂ ਨੂੰ ਵੀ ਉਹ ਮਾਰ ਦਿੰਦਾ ਹੈ, ਸੰਘਾਰ ਕਰਦਾ ਹੈ। ਜਿਵੇਂ ਆਉਂਦਾ ਨਾ ਬਾਣੀ 'ਚ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪ੍ਰਤੱਖ ਵੀ ਮਾਰਦਾ ਹੈ ਉਹ ਵੈਰੀਆਂ ਨੂੰ, ਜੇ ਤੁਸੀਂ ਉਹਦੀ ਸ਼ਰਨ ਚਲੇ ਜਾਓ ਤੇ ਵਿਕਾਰਾਂ ਨੂੰ ਤੇ ਉਹ ਮਾਰੇਗਾ ਹੀ। ਸੋ ਮਹਾਰਾਜ ਫਿਰ ਅੱਗੇ ਬੇਨਤੀ ਕਰਦੇ ਨੇ, ਪੂਰਨ ਹੋਏ ਹਮਾਰੀ ਆਸਾ। ਸਾਡੀ ਪ੍ਰਮਾਤਮਾ ਇਹ ਆਸਾ ਹੈ। ਆਸਾ ਕੀ ਹੁੰਦੀ ਹੈ? ਪ੍ਰਾਪਤੀ ਦੀ ਇੱਛਾ, ਉਮੈਦ। ਜੋ ਪ੍ਰਾਪਤ ਨਾ ਹੋਵੇ ਉਸ ਵਸਤੂ ਦੀ ਲਾਲਸਾ, ਮਨਸ਼ਾ ਹੋਣੀ। ਮਹਾਰਾਜ ਕਿਰਪਾ ਕਰੋ, ਸਾਡੀ ਕੋਈ ਵੀ ਆਸਾ ਹੈ ਉਸ ਨੂੰ ਪੂਰਤੀ ਬਖਸ਼ੋ। ਹੁਣ ਦੇਖੋ, ਆਪਣੇ ਆਪੋ ਆਪਣੇ ਸੁਭਾਅ ਨੇ, ਆਪੋ ਆਪਣੀਆਂ ਮੰਗਾਂ ਨੇ। ਮਹਾਰਾਜ ਸ਼ੁਭ ਮੰਗਾਂ ਦੀ ਪੂਰਤੀ ਕਰੋ। ਗੁਰੂ ਗ੍ਰੰਥ ਸਾਹਿਬ ਦਾ ਇੱਕ ਫਰਮਾਨ ਹੈ, ਕਹਿੰਦੇ ਭਰਤਾ ਚਿਤਵਤ ਪੂਰਨ ਆਸਾ। ਜਿਹੜੇ ਭਰਤਾ ਨੂੰ, ਖਸਮ ਨੂੰ, ਅਕਾਲ ਪੁਰਖ ਨੂੰ ਧਿਆਉਂਦੇ ਨੇ, ਉਹਨਾਂ ਦੀ ਹਰ ਆਸਾ ਪੂਰਨ ਹੋ ਜਾਂਦੀ ਹੈ, ਉਹਨਾਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ। ਯੂਰ ਆਲ ਡਿਜ਼ਾਇਰਸ ਵਿਲ ਬੀ ਫੁਲਫਿਲਡ। ਜੇ ਅਕਾਲ ਪੁਰਖ ਨੂੰ ਯਾਦ ਕਰੋਗੇ ਨਾ ਤੇ ਸਭੇ ਇੱਛਾ ਪੂਰੀਆਂ ਹੋ ਜਾਣਗੀਆਂ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਇੱਕ ਜਗ੍ਹਾ ਇਹ ਵੀ ਕਹਿ ਦਿੱਤਾ ਵੀ ਗੁਰੂ ਦੀ ਸੇਵਾ ਕੀਤਿਆਂ ਆਸਾਵਾਂ ਦੀ ਪੂਰਤੀ ਹੋ ਜਾਂਦੀ ਹੈ, ਫਿਰ ਨਿਰਾਸ਼ਤਾ ਵੱਲ ਚਲੇ ਜਾਈਦਾ ਹੈ, ਭਾਵ ਮੰਗਣਾ ਹੀ ਮੁੱਕ ਜਾਂਦਾ ਹੈ। ਐਸਾ ਸੰਤੋਖ ਬਖਸ਼ ਦਿੰਦਾ ਹੈ, ਬੰਦੇ ਨੂੰ ਰੱਜ ਆ ਜਾਂਦਾ ਹੈ, ਮੰਗਣਾ ਹੀ ਮੁੱਕ ਜਾਂਦਾ ਹੈ। ਐਸੀ ਕਿਰਪਾ ਗੁਰੂ ਕਰ ਦਿੰਦਾ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ। ਜਿਹੜਾ ਵੀ ਉਹਦੇ ਗੀਤ ਗਾਵੇਗਾ, ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ। ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਹਦੀ ਹਰ ਆਸਾ ਪੂਰੀ ਹੋ ਜਾਵੇਗੀ। ਸੋ ਮਹਾਰਾਜ ਕਹਿੰਦੇ ਨੇ, ਪੂਰਨ ਹੋਏ ਹਮਾਰੀ ਆਸਾ। ਇੱਕ ਇਹ ਬੇਨਤੀ ਕਰਿਆ ਕਰੋ, ਤੋਰ ਭਜਨ ਕੀ ਰਹਿ ਪਿਆਸਾ। ਇਹ ਅਕਾਲ ਪੁਰਖ ਦੇਖੋ, ਇੱਕ ਤਨ ਦੀ ਝੋਲੀ ਹੈ, ਪਦਾਰਥਾਂ ਨਾਲ ਭਰਦੇ ਜੀਵਨ ਸੁਖਾਲਾ ਬਤੀਤ ਹੋਵੇ, ਇਹ ਆਸਾ ਹੈ ਸਾਡੀ। ਇੱਕ ਮਨ ਦੀ ਝੋਲੀ ਹੈ, ਉਹ ਨਾਮ ਨਾਲ ਭਰਦੇ। ਤੇਰੇ ਭਜਨ ਦੀ, ਇਬਾਦਤ ਦੀ, ਬੰਦਗੀ ਦੀ ਸਾਨੂੰ ਪਿਆਸ ਬਣੀ ਰਵੇ। ਤੇਰਾ ਨਾਮ ਸਦਾ ਹੀ ਧਿਆਉਂਦੇ ਰਹੀਏ। ਤੇਰੇ ਸੇਵਕਾਂ ਦੀ ਇਹ ਮਹਾਨ ਆਸਾ ਹੈ। ਵੇਖੋ, ਦੁਨਿਆਵੀ ਲੋਕਾਂ ਦੀ ਆਸਾ ਪਦਾਰਥਾਂ ਤਾਂ ਹੀ ਹੁੰਦੀ ਹੈ। ਤਤਵ ਦੀ ਪ੍ਰਾਪਤੀ ਜੋ ਚਾਹੁੰਦੇ ਨੇ, ਉਹਨਾਂ ਦੀ ਆਸਾ ਅਕਾਲ ਪੁਰਖ ਦੇ ਭਜਨ ਦੀ ਹੁੰਦੀ ਹੈ, ਬੰਦਗੀ ਦੀ ਹੁੰਦੀ ਹੈ। ਤੇ ਕਹਿੰਦੇ ਸਾਨੂੰ ਨਾ ਇੱਕ ਪਿਆਸ ਬਣੀ ਰਵੇ ਤੇਰੇ ਨਾਮ ਦੀ। ਜਿਵੇਂ ਕਿਸੇ ਲੋੜਵੰਦ ਨੂੰ, ਤ੍ਰਿਖਾਵੰਤ ਨੂੰ ਜਲ ਦੀ ਪਿਆਸ ਹੁੰਦੀ ਹੈ ਨਾ, ਇੱਕ ਗੱਲ ਦਾ ਖਿਆਲ ਰੱਖਿਓ, ਪਿਆਸੇ ਨੂੰ ਜਲ ਦੀ ਬਹੁਤੀ ਕਦਰ ਹੁੰਦੀ ਹੈ। ਹੁਣ ਪੰਜਾਬ ਦੀ ਧਰਤੀ ਤੇ ਅਕਾਲ ਪੁਰਖ ਦੀ ਕਿਰਪਾ ਹੈ, ਜਲ ਜਿਹੜਾ ਹੈ ਨਾ ਸੁਖਾਲਾ ਪ੍ਰਾਪਤ ਹੋ ਜਾਂਦਾ ਹੈ। ਤੁਸੀਂ ਕਿਸੇ ਡੈਜ਼ਰਟ 'ਚ ਚਲੇ ਜਾਓ, ਰੇਤੀਲੇ ਇਲਾਕੇ 'ਚ ਚਲੇ ਜਾਓ, ਰਾਜਸਥਾਨ ਆਦਿਕ, ਤੇ ਬੜੀ ਮੁਸ਼ਕਲ ਹੈ, ਪਾਣੀ ਨਹੀਂ ਮਿਲੇਗਾ। ਹੁਣ ਇੱਕ ਫਰਕ ਹੈ, ਅਸੀਂ ਪੰਜਾਬ ਦੇ ਲੋਕ ਬਹੁਤਾ ਪਾਣੀ ਦੀ ਸਾਂਭ ਸੰਭਾਲ ਨਹੀਂ ਕਰਦੇ, ਅਜਾਈਂ ਡੋਲੀ ਜਾਂਦੇ ਆ, ਕਿਉਂਕਿ ਪ੍ਰਾਪਤ ਸੌਖਾ ਹੋ ਰਿਹਾ ਹੈ। ਕਿਸੇ ਡੈਜ਼ਰਟ 'ਚ ਰਹਿਣ ਵਾਲੇ ਵਸਨੀਕ ਵੱਲ ਵੇਖਿਓ, ਪਾਣੀ ਦੀ ਕੈਸੀ ਕਦਰ ਹੈ, ਇੱਕ ਇੱਕ ਕਤਰੇ ਦੀ ਕਦਰ ਹੈ। ਸੋ ਪਿਆਸੇ ਨੂੰ
ਤ੍ਰਿਖਾਵੰਤ ਨੂੰ ਜਲ ਦਾ ਮੁੱਲ ਪਤਾ ਹੈ, ਜ਼ਿਆਦਾ ਕਦਰਦਾਨ ਹੋਵੇਗਾ ਉਹ ਪਾਣੀ ਦਾ। ਤੁਸੀਂ ਵੇਖੋ ਕੋਈ ਅਮੀਰ ਇਨਸਾਨ ਹੈ, 36 ਪ੍ਰਕਾਰ ਦੇ ਭੋਜਨ ਜਿਹਨੂੰ ਪ੍ਰਾਪਤ ਨੇ, ਉਹ ਬਹੁਤੀ ਕਦਰ ਨਹੀਂ ਕਰੇਗਾ ਭੋਜਨ ਦੀ। ਇੱਕ ਭੁੱਖਾ ਹੈ ਜਿਹਨੇ 8 ਪਹਿਰੀਂ ਕਿਧਰੇ ਅਨਾਜ ਦਾ ਇੱਕ ਦਾਣਾ ਛਕਣਾ ਹੈ, ਉਹ ਬੜਾ ਕਦਰਦਾਨ ਹੋਵੇਗਾ ਅਨਾਜ ਦਾ। ਸਾਨੂੰ ਐਸੀ ਪਿਆਸ ਸਦਾ ਲੱਗੀ ਰਵੇ ਜੈਸੀ ਤ੍ਰਿਖਾਵੰਤ ਨੂੰ ਜਲ ਦੇ ਪ੍ਰਤੀ ਹੈ, ਕਿਉਂਕਿ ਉਹ ਤ੍ਰਿਖਾਵੰਤ ਬੰਦਾ ਹਰ ਸਮੇਂ ਜਲ ਨੂੰ ਹੀ ਯਾਦ ਕਰੇਗਾ। ਜਿਸ ਦੀ ਪ੍ਰਾਪਤੀ ਚਾਹੁੰਦੇ ਆ ਉਸੇ ਨੂੰ ਹੀ ਯਾਦ ਕਰਾਂਗੇ ਨਾ, ਜੋ ਪ੍ਰਾਪਤ ਨਹੀਂ ਹੈ। ਜੋ ਸਾਡੇ ਕੋਲ ਹੈ ਉਹਨੂੰ ਤੇ ਅਸੀਂ ਭੁੱਲ ਜਾਂਦੇ ਹਾਂ। ਸੋ ਮਹਾਰਾਜ ਕਹਿੰਦੇ ਚਾਹੇ ਤੂੰ ਸਾਨੂੰ ਪ੍ਰਾਪਤ ਹੈ, ਪਰ ਇਹ ਪਿਆਸ ਜਿਹੜੀ ਹੈ ਘਟੇ ਨਾ, ਸਦਾ ਤੇਰੇ ਨਾਮ ਦੀ ਪਿਆਸ ਲੱਗੀ ਰਵੇ। ਐਸੀ ਅਕਾਲ ਪੁਰਖ ਦੇ ਅੱਗੇ ਤੁਸੀਂ ਬੇਨਤੀ ਕਰਿਆ ਕਰੋ। ਐ ਪਰਮਾਤਮਾ ਤੇਰਾ ਭਜਨ ਕਰਦੇ ਰਹੀਏ, ਤੇਰੇ ਭਜਨੀਕ ਬਣ ਕੇ ਰਹੀਏ, ਤੇਰਾ ਪੂਜਨ ਕਰਦੇ ਰਹੀਏ, ਤੇਰਾ ਸੇਵਨ ਕਰਦੇ ਰਹੀਏ। ਭਜਨ ਦੇ ਬੜੇ ਅਰਥ ਹੁੰਦੇ ਨੇ, ਸੇਵਾ ਕਰਨੀ, ਇਬਾਦਤ ਕਰਨੀ, ਨਾਮ ਜਪਣਾ, ਬੰਦਗੀ ਕਰਨੀ, ਇਹ ਸਾਰੇ ਭਜਨ ਦੇ ਹੀ ਅਰਥ ਨੇ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਹੋਰ ਕੋਈ ਚਸਕਾ ਹੀ ਨਾ ਰਵੇ, ਹੋਰ ਕੋਈ ਮੰਗ ਹੀ ਨਾ ਰਵੇ, ਹੋਰ ਕੋਈ ਕਰਮ ਕਰਨ ਨੂੰ ਚਿੱਤ ਨਾ ਕਰੇ, ਕੇਵਲ ਤੇਰਾ ਨਾਮ ਭਜਨ ਬੰਦਗੀ ਇਬਾਦਤ ਕਰਨ ਨੂੰ ਹੀ ਸਾਡਾ ਮਨ ਕਰੇ। ਸੋ ਐਸਾ ਸੁਭਾਅ ਪਾਤਸ਼ਾਹ ਸਾਨੂੰ ਬਖਸ਼। ਇਹ ਸਾਡੀਆਂ ਕੁਝ ਇੱਛਾਵਾਂ ਨੇ ਜਿਨ੍ਹਾਂ ਦੀ ਪੂਰਤੀ ਤੂੰ ਕਰ। ਵੈਸੇ ਵੀ ਤੇਰੇ ਬਾਰੇ ਕਿਹਾ ਜਾਂਦਾ ਹੈ ਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮਧੇਨਾ। ਸਰਬ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਹੈ, ਉਹ ਪਰਵਰਦੀਗਾਰ ਹੈ। ਸੋ ਮਹਾਰਾਜ ਕਹਿੰਦੇ ਸਮੁੱਚੀ ਲੋਕਾਈ ਆਪਣੇ ਸੁਖ ਦੇ ਲਈ, ਲੋਕਾਈ ਦੇ ਭਲੇ ਦੇ ਲਈ ਔਰ ਆਪਣੇ ਸ਼ੁਭ ਗੁਣਾਂ ਦੀ ਹਿਫਾਜ਼ਤ ਦੇ ਲਈ ਅਕਾਲ ਪੁਰਖ ਅੱਗੇ ਬੇਨਤੀ ਕਰਿਆ ਕਰੋ। ਕੀ ਕਹਿਣਾ ਹੈ? ਹਮਰੀ ਕਰੋ ਹੱਥ ਦੇ ਰੱਛਾ। ਸੋਏ ਰੱਖਿਆ ਲਈ ਉਚਾਰੀ ਗਈ ਬਾਣੀ ਹੈ, ਜੋ ਜਗਿਆਸੂਆਂ ਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ੀ ਹੈ, ਵੀ ਅਕਾਲ ਪੁਰਖ ਅੱਗੇ ਇਉਂ ਦੀਨ ਹੋ ਕੇ, ਨਿਰਮਾਣ ਹੋ ਕੇ, ਨਿਮਰਤਾ ਵਿੱਚ ਆ ਕੇ ਤਰਲਾ ਲੈਣਾ ਹੈ, ਤੇ ਉਹ ਤੁਹਾਡੀਆਂ ਆਸਾਂ ਪੂਰੀਆਂ ਕਰੇਗਾ। ਇੱਥੇ ਹੀ ਦਾਸ ਵਿਚਾਰ ਨੂੰ ਸੰਕੋਚਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।